चार दिनां च किरदार बदल गया। कुछ दिन पहला चढ़े जलंधर के डीसीपी लॉ एंड ऑर्डर से किसानां दे प्रदर्शन दे विच सुरक्षा की जिम्मेवारी संभाल रहे थे। जदों रिटायरमेंट हो गई तो अगले दिन किसानां दे हक च उतर गए ते अज किसानी प्रदर्शन दे विच शामिल होके उन्होंने अपने मंसूबे भी जाहिर कर दिते कि वो किसानी दे नाल ने। यह नारेबाजी तुसीं देख सकते हो। जिन्हां दा काम प्रदर्शन नूं काबू करना सी वो अज खुद धरने का हिस्सा बन रहे ने। यह तस्वीर है जलंधर की, जिथे जलंधर के एक्स डीसीपी लॉ एंड ऑर्डर किसानां दे हक च प्रोटेस्ट दे विच उतर गए ने। ट्रैक्टर ते बैठे अपने परिवार दे नाल इस प्रदर्शन का हिस्सा बने। यही नहीं, उन्होंने इस मौके ते दिल्ली पुलिस की लॉ एंड ऑर्डर सिस्टम ते भी सवाल चक दिते। तुहानू दस दिए कि जलंधर के डीसीपी लॉ एंड ऑर्डर सी ते उन्होंने दिल्ली के लॉ एंड ऑर्डर के सिस्टम ते सवाल चकते हुए क्या कि 26 जनवरी नूं जो कुछ होया वो पुलिस की बिना मर्जी दे नहीं हो सकता सी। तुसीं आप ही सुनो की कह रहे ने जलंधर च डीसीपी लॉ एंड ऑर्डर रहे बलकार सिंह। जय जवान जय किसान एक ऐसा नारा जिहड़ा अज दी डेट दे विच पूरे देश नहीं जबकि विदेशों के विच भी गूंज रहा। तो मेरे नाल जिहड़ा किरदार है वो अज तो कुछ समा पहला जवान के दायरे च आंदा सी ते अज वो किसान के दायरे च, क्योंकि मेरे नाल ने साबका डीसीपी बलकार सिंह जी जो कि पंजाब दे विच वख-वख जिलिਆਂ ਦੇ ਵਿੱਚ ਵੱਡੇ ਅਹੁਦਿਆਂ ਦੇ ਵਿੱਚ ਪੰਜਾਬ ਪੁਲਿਸ 'ਚ ਕੰਮ ਕਰ ਚੁੱਕੇ ਨੇ ਤੇ ਇਹਨਾਂ ਦੀ ਕਰੀਬ 4 ਦਿਨ ਪਹਿਲਾਂ ਰਿਟਾਇਰਮੈਂਟ ਹੋਈ ਤੇ ਰਿਟਾਇਰਮੈਂਟ ਹੋਣ ਦੇ ਅਗਲੇ ਦਿਨ ਇਹਨਾਂ ਨੇ ਐਲਾਨ ਕੀਤਾ ਕਿ ਆਪਣੀ ਆਖਰੀ ਸੈਲਰੀ ਜਿਹੜੀ ਕਿ ਇਮੋਸ਼ਨਸ ਦੇ ਨਾਲ ਭਰੀ ਹੋਈ ਹੁੰਦੀ ਹੈ ਉਹ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੇ ਦੇਣ ਦਾ ਐਲਾਨ ਕੀਤਾ ਤੇ ਅੱਜ किसान अंदोलन ਦੇ ਵਿੱਚ शामिल होन जा रहे ने। सो सब तो वड्डी गल है कि वो बलकार सिंह ने ਜਿਹੜੇ ਅੱਜ ਤੋਂ 4 दिन पहला किसान अंदोलन ਦੇ ਵਿੱਚ ही प्रदर्शन कर रहे प्रदर्शनकारियों ਨੂੰ ਸਮਝਾਉਣ ਦਾ ਕੰਮ ਕਰ ਰਹੇ ਸੀ कि शांतिपूर्वक प्रदर्शन करो। सो बलकार जी ਅੱਜ ਤੁਸੀਂ ਆਪ प्रदर्शन ਦਾ ਹਿੱਸਾ ਬਣੇ, ਤੁਹਾਡਾ ਕਿਰਦਾਰ ਬਦਲ ਗਿਆ ਹੈ ਕਿਉਂਕਿ ਤੁਸੀਂ ਪਹਿਲਾਂ ਜੈ ਜਵਾਨ ਦੇ ਦਾਇਰੇ ਜਾਂਦੇ ਸੀ, ਅੱਜ ਜੈ ਕਿਸਾਨ ਦੀ ਗੱਲ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਅੱਜ ਅੰਦੋਲਨ ਦੇ ਵਿੱਚ ਤੁਸੀਂ ਪਹਿਲੀ ਵਾਰ ਸ਼ਾਮਲ ਹੋ ਰਹੇ ਹੋ, ਕਿੱਦਾਂ ਦੀ ਫੀਲਿੰਗ ਆ ਰਹੀ? ਨਿਖਲ ਜੀ ਵੈਲਕਮ, ਥੈਂਕ ਯੂ, ਤੁਸੀਂ ਆਏ ਜੋ। ਦੇਖੋ ਜਦੋਂ 32 ਸਾਲ ਸੇਵਾ ਕੀਤੀ, ਜਿਸ ਮਹਿਕਮੇ 'ਚ ਸੇਵਾ ਕੀਤੀ ਉਹਦੇ ਲਾਇਲ ਰਹੇ, ਉਹਦੇ ਵਫਾਦਾਰ ਰਹੇ ਆ ਔਰ ਅੱਜ ਅਸੀਂ ਇਸ ਨੌਕਰੀ ਤੋਂ ਜਾਇਜ਼ ਸਰਵਿਸ ਤੋਂ ਸੇਵਾ ਮੁਕਤ ਹੋਏ ਆ। ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਜੋ ਚੱਲ ਰਿਹਾ ਹੈਗਾ ਇਹ ਹਿੰਦੁਸਤਾਨ ਦੇ ਵਿੱਚ ਇਕੱਲੇ ਨਹੀਂ, ਹਿੰਦੁਸਤਾਨ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਕਿਸਾਨ ਐਜੀਟੇਸ਼ਨਸ ਜਾਂ ਕਿਸਾਨਾਂ ਦੇ ਖਿਲਾਫ ਜਿਹੜੇ 3 ਕਾਨੂੰਨ ਬਣੇ ਹੋਏ ਉਹਨਾਂ ਨੂੰ ਰੱਦ ਕਰਨ ਵਾਸਤੇ ਐਜੀਟੇਸ਼ਨ ਚੱਲ ਰਹੀ ਆ। ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਜਦੋਂ ਪਹਿਲੀ ਜੋ ਡਿਊਟੀ ਨਿਭਾਈ ਸੀ ਉਹ ਆਪਾਂ ਖਤਮ ਕਰਕੇ ਸੇਵਾ ਮੁਕਤ ਹੋ ਕੇ ਅੱਜ ਅਸੀਂ ਨਵੀਂ ਡਿਊਟੀ ਨਿਭਾਉਣ ਜਾ ਰਹੇ ਹਾਂ, ਕਿਉਂਕਿ ਸਾਡਾ ਇਹ ਫਰਜ਼ ਬਣਦਾ ਕਿ ਜੇ ਡੈਮੋਕ੍ਰੇਸੀ ਨਾਂ ਦੀ ਇੱਕ ਚੀਜ਼ ਹੈ, ਡੈਮੋਕ੍ਰੇਸੀ ਕੀ ਹੈ? ਡੈਮੋਕ੍ਰੇਸੀ ਲੋਕਾਂ ਦੁਆਰਾ ਲੋਕਾਂ ਦੀ ਬਣਾਈ ਹੋਈ ਲੋਕਾਂ ਲਈ ਸਰਕਾਰ ਹੁੰਦੀ ਹੈ। ਡੈਮੋਕ੍ਰੇਸੀ ਦਾ ਮਤਲਬ ਹੁੰਦਾ ਡੈਮੋਕ੍ਰੇਸੀ ਦੇ ਵਿੱਚ ਜਦੋਂ ਘਾਣ ਹੁੰਦਾ ਹੈ ਉਸ ਟਾਈਮ ਦੇ ਉੱਤੇ ਹਰ ਜਨਤਾ ਹਰ ਇਨਸਾਨ ਹਰ ਘਰ ਦੇ ਵਿੱਚ ਜਿਹੜਾ ਉਹ ਇਨਸਾਨ ਦਾ ਜਿਹੜਾ ਉਹ ਖੂਨ ਖੌਲਦਾ ਹੈਗਾ। ਜਦੋਂ ਇੱਕ 10 ਨੌਵਾਂ ਦੀ ਕਿਰਤ ਕਰਨ ਵਾਲੇ ਇਨਸਾਨ ਦਾ ਨਾਲ ਇਹ ਧੱਕਾ ਹੋਵੇ ਤਾਂ ਮੇਰਾ ਖਿਆਲ ਨਹੀਂ ਕਿ ਮੇਰੇ ਵਰਗੇ ਬੰਦੇ ਤੇ ਛੱਡੋ ਗੱਲ, ਇੱਥੇ ਹਰ ਜਨਤਾ ਹਰ ਪਰਿਵਾਰ ਦੇ ਵਿੱਚ ਲੋਕ ਤਗੜੇ ਹੋ ਕੇ ਚੱਲੇ ਹੋਏ ਆ। ਮੈਂ ਤਾਂ ਇਸ ਕਰਕੇ ਇਹ ਜਨਤਾ ਦੇ ਨਾਲ ਜਾਂ ਕਿਸਾਨਾਂ ਦੇ ਨਾਲ ਚੱਲਣਾ ਹੀ ਚੱਲਣਾ ਜਿੰਨਾ ਚਿਰ ਆਪਣੇ ਸਵਾਸ ਹੈਗੇ। ਦਿੱਲੀ ਦੇ ਵਿੱਚ ਵੀ ਪੁਲਿਸ ਕਮਿਸ਼ਨਰ ਸਿਸਟਮ ਹੈ ਤੇ ਬਲਕਾਰ ਸਿੰਘ ਵੀ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰੇਟ ਹੈ ਤੇ ਉਹਦੇ ਵਿੱਚ ਬਤੌਰ ਡੀਸੀਪੀ ਜਿਹੜੇ ਆ ਰਿਟਾਇਰ ਹੋਏ ਨੇ, ਕਿਉਂਕਿ ਇਸ ਤੋਂ ਪਹਿਲਾਂ ਦਾ ਆਖਰੀ ਅਹੁਦਾ ਸੀ ਡੀਸੀਪੀ ਲਾਅ ਐਂਡ ਆਰਡਰ। ਜੇ ਗੱਲ ਕਰੀਏ ਲਾਅ ਐਂਡ ਆਰਡਰ ਦੀ, ਕਿਸਾਨਾਂ ਦੇ ਬਾਰੇ ਬੜਾ ਭ੍ਰਾਮਕ ਪ੍ਰਚਾਰ ਕੀਤਾ ਗਿਆ ਹੈ, ਖਾਲਿਸਤਾਨੀ ਹੈ ਜਾਂ ਇਹਨਾਂ ਦੇ ਵਿੱਚ ਸ਼ਰਾਰਤੀ ਤੱਤਵ ਨੇ, ਹੈ ਤੋੜ ਭੰਨ ਕਰਦੇ ਨੇ, ਹਿੰਸਾਵਾਦੀ ਨੇ। ਤੁਸੀਂ ਅੱਜ ਇਸ ਪ੍ਰਦਰਸ਼ਨ ਦਾ ਆਪ ਹਿੱਸਾ ਬਣੇ ਹੋ, ਤੁਹਾਨੂੰ ਕੀ ਲੱਗਦਾ ਕਿਸਾਨਾਂ ਦਾ ਪ੍ਰਦਰਸ਼ਨ ਕਿਸ ਲੈਵਲ ਤੇ ਚੱਲ ਰਿਹਾ? ਕਿਸਾਨਾਂ ਦਾ ਵੇਖੋ ਜੀ, ਇਹਦੇ 'ਚ ਜਿਹੜਾ ਬਿਲਕੁਲ ਕਿਸਾਨ ਹੈ, ਕਿਸਾਨ ਬਿਲਕੁਲ ਵਾਇਲੈਂਸ ਨਹੀਂ ਚਾਹੁੰਦਾ ਹੈਗਾ। ਉਹ ਪੀਸਫੁਲ ਸ਼ਹਿਰੀ ਹੈਗਾ, 10 ਨੌਵਾਂ ਦੀ ਕਿਰਤ ਕਰਨ ਵਾਲਾ ਵਿਅਕਤੀ ਜਿਹੜਾ ਆਦਮੀ, ਤੁਸੀਂ ਦੇਖੋ ਕਿ ਉਹ ਬੰਦਾ ਕੀ ਵਾਇਲੈਂਸ ਕਰ ਸਕਦਾ। ਉਹ ਨਾ ਵਾਇਲੈਂਸ ਦਾ ਉਹਨੂੰ ਪਤਾ ਨਾ ਉਹਦੇ ਰਸਤੇ ਜਾਂਦਾ, ਕਿਉਂਕਿ ਜਿਸ ਆਦਮੀ ਨੇ ਤੜਕੇ 4 ਵਜੇ ਆਪਣਾ ਉੱਠ ਕੇ ਖੇਤਾਂ ਦੇ ਵਿੱਚ ਜਾਣਾ, ਹਲ ਵਾਹੁਣਾ, ਖੇਤੀ ਕਰਨੀ, ਮਜ਼ਦੂਰ ਨੇ ਮਜ਼ਦੂਰੀ ਕਰਨੀ ਆ, ਉਹ ਵਾਇਲੈਂਸ ਜਿਹੜੇ ਲੋਕ ਹੈ ਸ਼ਰਾਰਤੀ ਲੋਕ ਕਰਦੇ ਆ, ਨਾ ਕਿ ਕਿਸਾਨ ਕਰਦੇ ਆ। ਕਿਸਾਨ ਜਿਹੜਾ ਇੱਕ ਬਹੁਤ ਹੀ ਜਿਹੜਾ ਬਹੁਤ ਅੱਛਾ ਲਫ਼ਜ਼ ਹੈ, ਜਿਹੜੇ ਕਿਸਾਨੀ ਕਰਨ ਵਾਲੇ ਜੋ 10 ਨੌਵਾਂ ਦੀ ਕਿਰਤ ਵਾਲੇ ਕਰਨ ਵਾਲੇ ਹੈਗੇ ਆ, ਇਹ ਤਾਂ ਦੁਨੀਆ ਦੇ ਢਿੱਡ ਭਰਨ ਵਾਲੇ ਔਰ ਦੇਸ਼ ਦਾ ਅੰਨਦਾਤਾ ਹੈ। ਇਸ ਕਿਸਾਨ ਨੇ ਤਾਂ ਵਾਇਲੈਂਸ ਕੀ ਕਰਨੀ ਆ।
ਬਿਲਕੁਲ ਇਸ ਚੀਜ਼ ਦੇ ਵਿੱਚ ਉਹ ਪੀਸਫੁਲ ਚਾਹੁੰਦੇ ਹੈਗੇ। ਆਪਣੇ ਤਜਰਬੇ ਦੇ ਮੁਤਾਬਕ ਦੱਸੋ ਜੀ, ਦਿੱਲੀ ਦੇ ਵਿੱਚ ਉਸ ਦਿਨ ਜੋ ਕੁਝ ਹੋਇਆ, ਕਿਉਂਕਿ ਉਸ ਟਾਈਮ ਤੁਸੀਂ ਵੀ ਇੱਥੇ ਡੀਸੀਪੀ ਲਾਅ ਐਂਡ ਆਰਡਰ ਸੀ, ਤੁਸੀਂ ਇਹ ਦੱਸੋ ਕਿ ਇਹਨਾਂ ਪੁਲਿਸ ਦਾ ਸਿਸਟਮ ਹੁੰਦਾ ਵਾ, ਪੂਰੇ ਦੇਸ਼ ਦੇ ਅਲੱਗ-ਅਲੱਗ ਏਜੰਸੀਆਂ ਹੁੰਦੀਆਂ, ਹੁਣ ਵੀਡੀਓ ਵੀ ਸਾਹਮਣੇ ਆ ਰਹੀਆਂ ਜੀ ਕਿ ਰਾਤੀ ਪਲੈਨਿੰਗ ਹੋ ਗਈ ਸੀ ਲਾਲ ਕਿਲੇ ਜਾਣਾ ਹੈ, ਜੇ ਜਿਹੀ ਗੱਲ ਸੀ ਤੇ ਦਿੱਲੀ ਪੁਲਿਸ ਦਾ ਤੁਹਾਨੂੰ ਕੀ ਲੱਗਦਾ ਹੈ ਇਨਫੋਰਮੇਸ਼ਨ ਸਿਸਟਮ ਫੇਲ ਸੀ? ਦੇਖੋ ਜੀ, ਉਹ ਜਿਹੜੀ ਸਾਰੀ ਮੈਨੂਪੂਲੇਸ਼ਨ ਸੀਗੀ, ਜਿਹੜੀਆਂ ਐਜੀਟੇਸ਼ਨਸ ਹੁੰਦੀਆਂ, ਇਹਨਾਂ ਵਿੱਚ ਏਜੰਸੀਆਂ ਜਿਹੜੀਆਂ ਬੰਦੇ ਹਾਇਰ ਕਰਕੇ ਇਨਫਿਲਟਰੇਟ ਕਰਦੀਆਂ ਹੈਗੀਆਂ, ਕਿਉਂਕਿ ਇੱਕ ਜਿਹੜੀ ਹਿੰਦੁਸਤਾਨ ਦੀ ਐਜੀਟੇਸ਼ਨ, ਇਹ ਤਾਂ ਸਾਰੀ ਦੁਨੀਆ ਦੀ ਐਜੀਟੇਸ਼ਨ ਬਣੀ ਹੋਈ ਆ। ਔਰ ਉਹਨਾਂ ਨੇ ਜਿਹੜਾ ਦਿੱਲੀ ਆਪਣੀ ਪੁਲਿਸ ਸੀਗੀ, ਉਹਨਾਂ ਨੇ ਜਾਂ ਸੈਂਟਰ ਗਵਰਨਮੈਂਟ ਨੇ ਇਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਨੇ ਗਲਤ ਤਰ੍ਹਾਂ ਦੇ ਬੰਦੇ ਵਿੱਚ ਪੈਦਾ ਕਰਕੇ ਇਸ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ। ਅਦਰਵਾਈਜ਼ ਕਿਸਾਨਾਂ ਵੱਲੋਂ ਇਸ ਗੱਲ ਕੋਈ ਮਤਲਬ ਉਹ ਨਹੀਂ ਸੀਗਾ, ਉਹ ਤਾਂ ਪੀਸਫੁਲ ਚਾਹੁੰਦੇ ਸੀ, ਲੇਕਿਨ ਇਹ ਦੀ ਸ਼ਰਾਰਤ ਸੀਗੀ, ਇਹ ਗਵਰਨਮੈਂਟ ਦੀ ਸ਼ਰਾਰਤ ਸੀਗੀ। ਏਜੰਸੀਆਂ ਨੇ ਤੇ ਕੰਮ ਸਿੱਧੇ ਰਸਤੇ ਕਰਨ ਦੀ ਬਜਾਏ ਪੁੱਠੇ ਰਸਤੇ ਕੰਮ ਕੀਤਾ। ਮੈਂ ਇੱਕ ਐਗਜ਼ਾਮਪਲ ਦਵਾਂਗਾ ਜੀ, ਕੁਝ ਦਿਨ ਪਹਿਲਾਂ ਜਲੰਧਰ ਦੇ ਕੰਪਨੀ ਬਾਗ ਚੌਂਕ ਦੇ ਵਿੱਚ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਦਾ ਫੰਕਸ਼ਨ ਸੀ, ਤੁਸੀਂ ਉੱਥੇ ਡਿਊਟੀ ਤੇ ਤੈਨਾਤ ਸੀ ਤੇ ਉਹ ਲੋਕ ਵੀ ਉੱਥੇ ਪਹੁੰਚਣ ਦੀ ਵਿੱਚ ਕਈ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਉੱਥੇ ਤੈਨਾਤ ਸੀ, ਤੁਸੀਂ ਤੈਨਾਤ ਸੀ, ਉਹ ਨਹੀਂ ਪਹੁੰਚ ਸਕੇ। ਕਿ ਦਿੱਲੀ ਦੇ ਲਾਲ ਕਿਲੇ ਦੀ ਕਿਲੇਬੰਦੀ ਇੰਨੀ ਕਮਜ਼ੋਰ ਸੀ ਕਿ ਇੰਨੀ ਆਸਾਨੀ ਦੇ ਨਾਲ ਉੱਥੇ ਪਹੁੰਚ ਗਏ? ਤੁਹਾਨੂੰ ਕੀ ਲੱਗਦਾ, ਪਹੁੰਚਾਏ ਗਏ ਕਿ ਪਹੁੰਚੇ? ਨਿਖਲ ਜੀ, ਇਹੀ ਤਾਂ ਗੱਲ ਦੇਖਣ ਵਾਲੀ ਹੈ। ਜਦੋਂ ਐਜੀਟੇਸ਼ਨਸ ਹੁੰਦੀ ਹੈ, ਜੇ ਸਪੋਜ਼ ਕਰ ਲਓ ਸਾਡੀ ਬਦਨੀਤੀ ਹੁੰਦੀ ਕਿ ਅਸੀਂ ਇਹ ਗਲਤ ਮਾਹੌਲ ਖਰਾਬ ਕਰਾਉਣਾ, ਤੇ ਫਿਰ ਕੋਈ ਸਾਡੀ ਏਜੰਸੀ ਉਸ ਤਰੀਕੇ ਨਾਲ ਗੱਲ ਕਰਦੀ। ਲੇਕਿਨ ਸਟੇਟ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ। ਇੱਥੇ ਪੁਲਿਸ ਔਰ ਇੰਟੈਲੀਜੈਂਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਪਹਿਲੋਂ ਹੀ ਰਾਬਤਾ ਰੱਖਦੇ ਹਾਂ, ਔਰ ਕਿਸੇ ਵੀ ਬੰਦੇ ਨੇ ਉਸ ਦਿਨ ਉੱਥੇ ਕੋਈ ਐਦਾਂ ਦੀ ਹਾਲਾਤ ਨਹੀਂ ਪੈਦਾ ਕੀਤੇ ਕਿ ਕਿਸਾਨ ਜਥੇਬੰਦੀਆਂ, ਕਿਸਾਨ ਜਿਹੜਾ ਸ਼ਾਂਤੀ ਚਾਹੁੰਦਾ ਹੈਗਾ। ਤੋ ਅੱਜ ਤੁਸੀਂ ਪਰਿਵਾਰ ਦੇ ਨਾਲ ਇਸ ਪ੍ਰਦਰਸ਼ਨ 'ਚ ਸ਼ਾਮਲ ਹੋ ਰਹੇ ਹੋ, ਤੁਹਾਡੇ ਪਤਨੀ ਵੀ ਤੁਹਾਡੇ ਨਾਲ ਨੇ, ਪਰਿਵਾਰ ਦੀ ਤੁਹਾਨੂੰ ਕੀ ਸਪੋਰਟ ਹੈ? ਕਿਉਂਕਿ 4 ਦਿਨ ਪਹਿਲਾਂ ਤੁਸੀਂ ਅਜੇ ਡਿਊਟੀ ਛੱਡੀ ਹੈ, ਬੰਦਾ ਕਹਿੰਦਾ ਮੈਂ ਰਿਲੈਕਸ ਕਰਾਂ, ਮੈਂ ਕਿਤੇ ਰਿਟਾਇਰਮੈਂਟ ਦਾ ਇੰਜੋਏ ਕਰਾਂ, ਤੇ ਤੁਸੀਂ ਪ੍ਰਦਰਸ਼ਨ 'ਚ ਸ਼ਾਮਲ ਹੋ ਗਏ ਹੋ, ਕੀ ਫੀਲਿੰਗ? ਦੇਖੋ, ਜਿਹੜਾ ਇਨਸਾਨ ਕੋਈ ਵੀ ਚੱਲਦਾ ਉਹ ਆਪਣੇ ਘਰ ਤੋਂ ਹੀ ਚੱਲਦਾ ਹੈਗਾ। ਜੇ ਪਰਿਵਾਰ ਉਹਦਾ ਨਾਲ ਨਹੀਂ ਹੈਗਾ ਤੇ ਉਹ ਬੰਦਾ ਨਹੀਂ ਚੱਲ ਸਕਦਾ ਹੈਗਾ। ਮੇਰੀ ਵਾਈਫ ਨੇ ਜਿਹੜਾ 27 ਸਾਲ ਸਾਡੀ ਮੈਰਿਜ ਹੋਈ ਨੂੰ ਹੋਏ ਆ, ਔਰ ਉਹਨੇ ਪੂਰਾ ਸਾਥ ਦਿੱਤਾ, ਚੜ੍ਹਦੀ ਕਲਾ ਦੇ ਵਿੱਚ ਰਹੀ ਆ, ਆਪਣੇ ਬੱਚੇ ਪੜ੍ਹਾਏ ਲਿਖਾਏ, ਔਰ ਹੁਣ ਵੀ ਉਹ ਮੇਰੇ ਨਾਲ ਹੈਗੀ ਆ। ਇਸ ਕਰਕੇ ਪਰਿਵਾਰ ਨੂੰ ਨਾਲ ਲੈ ਕੇ ਹੀ ਚੱਲਿਆ ਜਾਂਦਾ, ਪਰਿਵਾਰ ਤੋਂ ਬਗੈਰ ਤੇ ਬੰਦਾ ਕੁਝ ਵੀ ਨਹੀਂ ਹੁੰਦਾ। ਸੋ ਇੱਕ ਸਵਾਲ ਜਾਂਦੇ ਜਾਂਦੇ ਇਹਨਾਂ ਦੀ ਪਤਨੀ ਨੂੰ ਵੀ ਪੁੱਛਾਂਗੇ ਜੀ, ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਇਹਨਾਂ ਨੇ ਇੰਨੀ ਉਮਰ ਜਿਹੜੀ ਹੈ ਪੁਲਿਸ ਮਹਿਕਮੇ ਦੇ ਵਿੱਚ ਬਤਾਈ? ਕਿਉਂਕਿ ਬੰਦਾ ਕਹਿੰਦਾ ਕਿ ਚਲੋ ਰਿਟਾਇਰਮੈਂਟ ਹੋਈ ਹੈ ਕਿ ਇੰਜੋਏ ਕਰਾਂਗੇ ਫੈਮਿਲੀ ਨਾਲ, ਤੇ ਅੱਜ ਤੁਸੀਂ ਵੀ ਇਹਨਾਂ ਦੇ ਨਾਲ ਇਸ ਟਰੈਕਟਰ ਤੇ ਮੌਜੂਦ ਹੋ, ਕੀ ਫੀਲਿੰਗ ਹੈ ਪਰਿਵਾਰ? ਫੀਲਿੰਗ ਬਿਲਕੁਲ ਜੀ ਨਾਲ ਆ, ਅਸੀਂ ਫੈਮਿਲੀ ਪੂਰੀ ਦੀ ਪੂਰੀ ਇਹਨਾਂ ਦੀ ਸਪੋਰਟ ਦੇ ਵਿੱਚ ਆ। ਅਸੀਂ ਜਦੋਂ ਜੌਬ ਕਰਦੇ ਸੀ ਉਦੋਂ ਵੀ ਸਪੋਰਟ ਸੀ, ਤੇ ਹੁਣ ਜੋ ਤੁਰ ਰਹੇ ਨੇ ਨਾ ਕਿਸਾਨਾਂ ਦੀ ਰੈਲੀ ਵਾਸਤੇ ਵੀ ਅਸੀਂ ਸਪੋਰਟ ਦੇ ਵਿੱਚ ਹੈਗੇ ਆ। ਕਿਉਂਕਿ ਕਿਸਾਨਾਂ ਦਾ ਮੈਟਰ ਇੱਦਾਂ ਦਾ ਵਾ ਕਿ ਅਸੀਂ ਚਾਹੇ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਬੈਠੇ ਆ, ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ, ਪਰ ਅਸੀਂ ਉਹਨਾਂ ਦੇ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਆ ਵੀ ਅਸੀਂ ਪਿਛਲੇ ਉੱਤੇ ਜਿਹੜੇ ਬੈਠੇ ਹੋਏ ਆ, ਅਸੀਂ ਉਹਨਾਂ ਦੇ ਨਾਲ ਆ। ਅੱਜ ਸਾਰੀ ਫੈਮਿਲੀ ਇਹਨਾਂ ਨੇ ਜਦੋਂ ਆਪਣੀ ਆਖਰੀ ਤਨਖਾਹ ਦਾ ਐਲਾਨ ਕੀਤਾ ਕਿ ਮੈਂ ਕਿਸਾਨ ਅੰਦੋਲਨ 'ਚ ਦੇ ਰਿਹਾ, ਉਦੋਂ ਤੁਹਾਡਾ ਰਿਐਕਸ਼ਨ ਕੀ? ਰਿਐਕਸ਼ਨ ਕੁਛ ਨਹੀਂ ਜੀ, ਠੀਕ ਆ, ਅਸੀਂ ਕਿਸਾਨਾਂ ਦੀ ਦਿੱਤੀ ਹੋਈ ਰੋਟੀ ਖਾਂਦੇ ਆ, ਅਸੀਂ ਕਿਸਾਨੀ ਫੈਮਿਲੀ ਦੇ ਵਿੱਚੋਂ ਆ। ਜੇ ਅੱਜ ਉਹ ਆਪਣੀ ਜੌਬ ਦੇ ਵਿੱਚੋਂ ਤਨਖਾਹ ਦੇ ਰਿਹਾ ਤੇ ਇਹਦੇ ਵਿੱਚ ਸੱਚੀ ਖੁਸ਼ ਰਹਿਣਗੇ ਇਸ ਗੱਲ 'ਚ। ਲੋ ਜੀ, ਚਲੋ ਫਿਲਹਾਲ ਇਜਾਜ਼ਤ ਲੈਂਦੇ ਆ, ਪਰ ਜਾਂਦੇ ਜਾਂਦੇ ਇੱਕ ਗੱਲ ਦੱਸ ਦਈਏ ਕਿ ਦਿੱਲੀ ਪੁਲਿਸ ਨੂੰ ਇਹੋ ਜਿਹੇ ਅਫਸਰਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਆਪਣਾ ਇੰਨਾ ਵੱਡਾ ਅਹੁਦਾ ਛੱਡ ਕੇ ਅਗਲੇ ਦਿਨ ਹੀ ਕਿਸਾਨ ਅੰਦੋਲਨ ਦਾ ਹਿੱਸਾ ਬਣ ਗਿਆ, ਸੋ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਨਰਮ ਵਤੀਰਾ ਵਰਤਣਾ ਚਾਹੀਦਾ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾਓ ਜੀ ਗੱਡੀਆਂ ਦੀ ਕਤਾਰ, ਕਿੰਨੀ ਸੰਖਿਆ ਦੇ ਵਿੱਚ ਇਹਨਾਂ ਦੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਲੋਕ ਜੁੜੇ ਨੇ। ਸੋ ਜਾਂਦੇ ਜਾਂਦੇ ਇਜਾਜ਼ਤ ਲੈਂਦੇ ਆ, ਫੇਰ ਹਾਜ਼ਰ ਹੋਵਾਂਗੇ ਇੱਕ ਵਾਰ ਨਵੀਂ ਅਪਡੇਟਸ ਦੇ ਨਾਲ। पंडित MK शर्मा, फीस नहीं इनाम लवांगा, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ। ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97 793 95 956।